सत श्री अकाल, नमस्कार, आदाब वर्गे दोस्तों। मैं सुरिंदर मचाकी ਤੁਹਾਡਾ स्वागत करदा। सुरिंदर मचाकी लाइव परत दर परत ਦੇ ਵਿੱਚ ਅੱਜ 3 ਤਰੀਕ ਹੈ ਤੇ 3 ਤਰੀਕ ਦੇ ਸਵੇਰ ਦੇ ਜੋ ਅੰਕੜੇ ਬੋਲ ਰਹੇ ਨੇ ਉਹਨਾਂ ਮੁਤਾਬਕ ਵਿਸ਼ਵ ਭਰ ਦੇ ਵਿੱਚ 63,76,835 ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸ ਆਏ ਨੇ ਔਰ ਇਹਨਾਂ ਵਿੱਚੋਂ 3,80,227 ਮੌਤਾਂ ਹੋਈਆਂ ਨੇ। ਸਾਡੇ ਮੁਲਕ ਦੇ ਵਿੱਚ 2,07,191 ਕੇਸ ਪੋਜ਼ੀਟਿਵ ਪਾਏ ਗਏ ਨੇ ਅਤੇ 8821 ਜਿਹੜੇ 24 ਘੰਟਿਆਂ ਦੇ ਵਿੱਚ ਕੱਲ੍ਹ ਆਏ ਨੇ ਔਰ ਇਹਨਾਂ ਵਿੱਚੋਂ 5829 ਮੌਤਾਂ ਨੇ। ਔਰ ਇਹਦੇ ਦਰਮਿਆਨ ਮੀਡੀਆ ਹਲਕਿਆਂ ਦੇ ਵਿੱਚ ਅਤੇ ਸਿਹਤ ਮਾਹਰਾਂ ਦੇ ਹਲਕਿਆਂ ਦੇ ਵਿੱਚ ਇੱਕ ਚਿੱਠੀ ਕਾਫੀ ਚਰਚਾ ਦਾ ਮੁੱਦਾ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਸੰਬੋਧਿਤ ਇਹ ਚਿੱਠੀ 25 ਮਈ ਨੂੰ ਸਰਵਜਨਕ ਹੋਈ ਹੈ ਔਰ ਇਸ ਚਿੱਠੀ ਦੇ ਮੁਤਾਬਕ ਸਾਡਾ ਮੁਲਕ ਕਰੋਨਾ ਲਾਗ ਅਤੇ ਕਰੋਨਾ ਲਾਗ ਤੋਂ ਪ੍ਰਭਾਵਿਤ ਪੋਜ਼ੀਟਿਵ ਕੇਸਾਂ ਅਤੇ ਮੌਤਾਂ ਦੇ ਅੰਕੜਿਆਂ ਵਿੱਚ ਵਿਸ਼ਵ ਭਰ ਦੇ 7 ਮੁਲਕਾਂ ਦੇ ਵਿੱਚ ਆ ਚੁੱਕਿਆ, ਜਿਹਦੇ ਵਿੱਚ ਸਭ ਤੋਂ ਵੱਧ ਕੇਸ ਪਾਏ ਗਏ ਨੇ। ਔਰ ਇਹ ਚਿੱਠੀ ਮੁਤਾਬਕ ਸਾਡੇ ਮੁਲਕ ਦੇ ਵਿੱਚ ਕਮਿਊਨਿਟੀ ਸਪਰੈਡ ਦਾ ਦੌਰ ਸ਼ੁਰੂ ਹੋ ਗਿਆ, ਜਦ ਕਿ ਭਾਰਤ ਸਰਕਾਰ ਦੇ ਕਰੋਨਾ ਟ੍ਰੈਜਡੀ ਨੂੰ ਨਜਿੱਠਣ ਵਾਲੇ ਰਣਨੀਤੀਕਾਰ ਇਸ ਤੋਂ ਲਗਾਤਾਰ ਇਨਕਾਰ ਕਰਦੇ ਆ ਰਹੇ ਨੇ। ਔਰ ਇਹ ਚਿੱਠੀ ਕਿਸੇ ਰਾਜਨੀਤੀਮਾਨ ਨੇ ਜਾਂ ਕਿਸੇ ਜੋਤਸ਼ੀ ਨੇ ਨਹੀਂ ਲਿਖੀ, ਸਗੋਂ ਇਸ ਚਿੱਠੀ ਦੇ ਦਸਤਕ ਕਰਨ ਵਾਲੇ ਸਿਹਤ ਮਾਹਰਾਂ ਦੇ ਵਿੱਚੋਂ ਉੱਚ ਕੋਟੀ ਦੇ ਮਾਹਰ ਹਨ ਔਰ ਸਿਹਤ ਨਾਲ ਸੰਬੰਧਿਤ ਉੱਚ ਕੋਟੀ ਅਦਾਰਿਆਂ ਦੇ ਵਿੱਚ ਉੱਚੇ ਪੱਦਾਂ 'ਤੇ ਸੁਸ਼ੋਭਿਤ ਹਨ। ਜ਼ਿਕਰ ਕਰਨਾ ਹੋਵੇ ਤਾਂ ਇਹਨਾਂ ਵਿੱਚੋਂ ਕੇਂਦਰੀ ਸਿਹਤ ਵਿਭਾਗ ਦੇ ਸਲਾਹਕਾਰ ਰਹਿ ਚੁੱਕੇ ਏਮਜ਼ ਦੇ ਡਾਕਟਰ ਹਨ, JNU ਯੂਨੀਵਰਸਿਟੀ ਦੇ ਡਾਕਟਰ ਹਨ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਾਬਕਾ ਅਤੇ ਮੌਜੂਦਾ ਪ੍ਰੋਫੈਸਰ ਹਨ। ਏਮਜ਼ ਸਾਡੇ ਮੁਲਕ ਦਾ ਬਹੁਵਕਾਰੀ ਨੁਮਾਇਣਾ ਖੱਟ ਚੁੱਕੀ ਸਿਹਤ ਸੰਸਥਾ ਹੈ ਔਰ ਇਹਦੇ ਨਿਰਣੇ ਅਤੇ ਇਹਦੇ ਇਲਾਜ 'ਤੇ ਅਜੇ ਤੱਕ ਕੋਈ ਵੱਡਾ ਕਿੰਤੂ ਖੜ੍ਹਾ ਨਹੀਂ ਹੋਇਆ। JNU ਨੂੰ ਬੇਸ਼ੱਕ ਇਹਨੂੰ ਖੱਬੇ ਪੱਖੀ ਵਿਚਾਰਧਾਰਾ ਦਾ ਗੜ੍ਹ ਆਖਿਆ ਜਾਂਦਾ ਔਰ ਬਨਾਰਸ ਹਿੰਦੂ ਯੂਨੀਵਰਸਿਟੀ ਬਾਰੇ ਇਸ ਤੋਂ ਬਿਲਕੁਲ ਉਲਟ ਸੋਚਿਆ ਜਾਂਦਾ। ਔਰ ਜਦੋਂ ਇਹਨਾਂ ਤਿੰਨਾਂ ਅਦਾਰਿਆਂ ਦੇ ਮੌਜੂਦਾ ਅਤੇ ਸਾਬਕਾ ਪ੍ਰੋਫੈਸਰ ਇੱਕ ਰਾਏ ਰੱਖਦੇ ਹੋਏ ਚਿੱਠੀ ਲਿਖਣ ਅਤੇ ਚਿੱਠੀ ਦੇ ਵਿੱਚ ਕਰੋਨਾ ਨੂੰ ਲੈ ਕੇ ਅਤੇ ਕਰੋਨਾ ਨੂੰ ਨਜਿੱਠਣ ਦੀ ਰਣਨੀਤੀ ਅਤੇ ਪਲੈਨਿੰਗ ਯੋਜਨਾਬੰਦੀ ਦੇ ਉੱਤੇ ਕੁਝ ਗੰਭੀਰ ਸਵਾਲ ਉਠਾਉਣ, ਉਂਗਲ ਰੱਖਣ, ਤਾਂ ਫਿਰ ਸੋਚਣਾ ਤਾਂ ਬਣਦਾ ਹੈ। ਚਿੱਠੀ ਲੇਖਕਾਂ ਦੇ ਵਿੱਚ ਕਿਹਾ ਕਿ ਸਰਕਾਰ ਗਲਤ ਸਲਾਹਾਂ 'ਤੇ ਚੱਲ ਰਹੀ ਹੈ ਅਤੇ ਉਹਨਾਂ ਅਨੁਸਾਰ ਹੀ ਲੋਕਡਾਊਨ ਲਾਗੂ ਕੀਤਾ ਗਿਆ ਅਤੇ ਬੇਵਜ੍ਹਾ ਲੰਬਾ ਖਿੱਚਿਆ ਗਿਆ। ਕੋਈ ਠੋਸ ਨੀਤੀ ਨਹੀਂ ਹੈ ਔਰ ਜਿਹੜੇ ਫੈਸਲੇ ਲਏ ਵੀ ਗਏ ਨੇ ਉਹਨਾਂ ਵਿੱਚ ਗੰਭੀਰ ਗਲਤੀਆਂ ਸਨ ਅਤੇ ਗੰਭੀਰ ਗਲਤੀਆਂ ਹੋਣ ਕਰਕੇ ਉਹ ਗੈਰ ਵਿਹਾਰਕ ਵੀ ਰਹੇ। ICMR ਇੱਕ ਵੱਡੀ ਸੰਸਥਾ ਹੈ ਔਰ ਕਿਹਾ ਇਹ ਗਿਆ ਕਿ ਜਿਸ ਮਾਡਲ ਨੂੰ ਆਧਾਰ ਬਣਾ ਕੇ ਨੀਤੀ ਬਣਾਈ ਗਈ ਹੈ ਉਹਦੇ ਅਨੁਸਾਰ ਵਿਸ਼ਵ ਭਰ ਵਿੱਚ 22 ਲੱਖ ਮੌਤਾਂ ਹੋਣਗੀਆਂ ਅਤੇ ਇਹ ਸਾਰੇ ਕੁਛ ਦੇ ਵਿੱਚ
ਪੱਤਰ ਨੇ ਬੜੇ ਗੰਭੀਰ ਸਵਾਲ ਉਠਾਏ ਨੇ ਔਰ ਉਹਦੇ ਵਿੱਚ ਜਿਹੜੇ ਮੁੱਖ ਸਵਾਲ ਕੇਂਦਰਿਤ ਕੀਤੇ ਗਏ ਨੇ ਉਹਨਾਂ ਵਿੱਚ ਕੁਝ ਬਿੰਦੂਆਂ ਦੀ ਤੁਹਾਡੇ ਨਾਲ ਚਰਚਾ ਕਰਨੀ ਬਣਦੀ ਹੈ। ਇਸ ਚਿੱਠੀ 'ਤੇ ਦਸਤਖਤ ਕਰਨ ਵਾਲਿਆਂ ਵਿੱਚ ਡਾਕਟਰ DS ਰੈਡੀ ਨੇ, ਜਿਹੜੇ ਮਹਾਮਾਰੀ ਤੇ ਸਰਵਿਲਾਂਸ ਰਿਸਰਚ ਗਰੁੱਪ ਦੇ ਮੁਖੀ ਨੇ, ਔਰ ਕੋਵਿਡ-19 ਦੇ ਨੈਸ਼ਨਲ ਟਾਸਕ ਫੋਰਸ ਦੇ ਵੀ ਮੁਖੀ ਨੇ। AME ਦੇ ਡਾਕਟਰ ਸ਼ਸ਼ੀਕਾਂਤ ਨੇ ਔਰ ਇਹਨਾਂ ਨੇ ਆਪਣੇ ਪੱਤਰ ਦੇ ਵਿੱਚ ਸਵਾਲ ਉਠਾਇਆ ਕਿ ਜਦੋਂ ਇਹ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ, ਜਦੋਂ ਕਰੋਨਾ ਟ੍ਰੈਜਡੀ ਨਾਲ ਨਜਿੱਠਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਸੀ ਮੁਲਕ ਭਰ ਦੇ ਵਿੱਚ, ਪ੍ਰਧਾਨ ਮੰਤਰੀ ਦੇ ਦਫ਼ਤਰ ਜਾਂ ਉਸ ਦੇ ਸਲਾਹਕਾਰਾਂ ਵੱਲੋਂ, ਤਾਂ ਉਹਦੇ ਵਿੱਚ ਮੁੱਖ ਤੌਰ 'ਤੇ ਬਿਊਰੋਕਰੇਟਿਕ ਹੀ ਭਾਰੂ ਸਨ। ਸਿਹਤ ਮਾਹਰਾਂ ਦੀ ਰਾਏ ਦੀ ਕੋਈ ਬੁੱਕਤ ਨਹੀਂ ਰਹੀ, ਸਿਹਤ ਮਾਹਰਾਂ ਨੂੰ ਬਹੁਤੀ ਪੁੱਛਗਿੱਛ ਨਹੀਂ ਰਹੀ ਔਰ ਇਸੇ ਕਰਕੇ ਇਸ ਰਣਨੀਤੀ ਦੇ ਵਿੱਚ ਗੰਭੀਰ ਲੈਪਸ ਨੇ, ਕੁਤਾਹੀਆਂ ਨੇ। ਮਸਲਨ ਤੌਰ 'ਤੇ ਉਹ ਸਵਾਲ ਉਠਾਉਂਦੇ ਨੇ ਕਿ ਕਰੋਨਾ 'ਤੇ ਪੁਖਤਾ, ਪ੍ਰਭਾਵੀ ਅਤੇ ਕਾਬਲ ਅਤੇ ਟਿਕਾਊ ਰਣਨੀਤੀ ਜਦੋਂ ਤਿਆਰ ਹੋ ਰਹੀ ਸੀ ਤਾਂ ਕਰੋਨਾ ਲੋਕਡਾਊਨ ਬਹੁਤ ਸਖਤ ਹੋ ਗਿਆ ਔਰ ਇਸ ਕਰੋਨਾ ਲੋਕਡਾਊਨ ਦੇ ਵਿੱਚ ਬੇਰੁਜ਼ਗਾਰੀ, ਦਿਹਾੜੀਦਾਰਾਂ ਦਾ ਨੌਕਰੀਆਂ ਖੁੱਸਣ ਜਾਂ ਖੋਹਣ ਦਾ ਦੌਰ ਸ਼ੁਰੂ ਹੋਇਆ ਅਤੇ ਫਿਰ ਉਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦਾ ਰਿਵਰਸ ਪਲਾਨ, ਕੰਮ ਤੋਂ ਘਰਾਂ ਨੂੰ ਪਰਤਣ ਦੀ ਇੱਕ ਹਿਜਰਤ ਸ਼ੁਰੂ ਹੋਈ ਔਰ ਉਸ ਹਿਜਰਤ ਨੇ ਸਾਡੇ ਸਿਸਟਮ ਦੇ ਬਹੁਤ ਸਾਰੇ ਭੈੜ ਅਤੇ ਸਾਡੇ ਸਰਕਾਰਾਂ ਨੂੰ ਚਲਾਉਣ ਵਾਲੇ ਰਾਜਨੀਤੀਮਾਨ ਅਤੇ ਨੌਕਰਸ਼ਾਹਾਂ ਦਾ ਉਹ ਦ੍ਰਿਸ਼ਟੀਕੋਣ ਵੀ ਜਿਹੜਾ ਨੰਗਾ ਕਰਕੇ ਰੱਖ ਦਿੱਤਾ, ਜਿਸ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਮਜ਼ਦੂਰਾਂ ਸੰਬੰਧੀ ਨੀਤੀਆਂ ਬਣਦੀਆਂ ਨੇ। ਯੋਗ ਪ੍ਰਬੰਧ ਨਾ ਹੋਣ ਕਰਕੇ ਜਾਂ ਪ੍ਰਬੰਧਾਂ ਦੀ ਘਾਟ ਕਰਕੇ, ਰੁਜ਼ਗਾਰ ਖੁੱਸ ਜਾਣ ਕਰਕੇ, ਪੈਸੇ ਧੇਲੇ ਤੋਂ ਤੰਗ ਹੋਣ ਕਰਕੇ, ਰਾਸ਼ਨ ਪਾਣੀ ਦੀ ਤੰਗੀਆਂ ਹੋਣ ਕਰਕੇ, ਰਹਿਣ ਸਹਿਣ ਦੇ ਜਿਹੜੀਆਂ ਥਾਵਾਂ ਖੁੱਸਣ ਕਰਕੇ, ਇਲਾਜ ਕਰਨੀਆਂ ਹੋਰ ਕਈ ਜਿਹੜੀਆਂ ਲੋੜੀਂਦੀਆਂ ਮੁੱਢਲੀਆਂ ਜ਼ਰੂਰਤਾਂ ਉਹਨਾਂ ਦੀ ਸਖਤ ਤੋਟ ਕਾਰਨ ਜਦੋਂ ਪ੍ਰਵਾਸੀ ਮਜ਼ਦੂਰਾਂ 'ਚ ਘਰ ਪਰਤਣ ਦੀ ਤਾਂਘ ਜਾਗੀ, ਪਹਿਲਾਂ ਇਹ ਕਿਹਾ ਗਿਆ ਕਿ ਜਿੱਥੇ ਟਿਕੇ ਹੋ ਉੱਥੇ ਟਿਕੇ ਰਹੋ, ਅਤੇ ਫਿਰ ਜਦੋਂ ਇਹ ਤਾਂਘ ਸੜਕਾਂ 'ਤੇ ਨਿਕਲ ਆਈ, ਪ੍ਰਬੰਧ ਨਾਲ ਟਕਰਾਅ ਦਾ ਕਾਰਨ ਬਣਨ ਲੱਗੀ, ਤਾਂ ਉਦੋਂ ਇਹਨੂੰ ਅਮਨ ਕਾਨੂੰਨ ਦੀ ਸਮੱਸਿਆ ਵਜੋਂ ਟੈਂਕਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਪੁਲਿਸ ਨੇ ਸਖਤੀ ਨਾਲ ਦਬਾਉਣ ਦਾ ਯਤਨ ਕੀਤਾ, ਲਾਠੀ ਚਾਰਜ ਹੋਇਆ ਔਰ ਉਹ ਵੀ ਅਤੇ ਕਈ ਤਰ੍ਹਾਂ ਦੇ ਟਕਰਾਅ ਪੈਦਾ ਹੋਏ। ਜਦੋਂ ਸਥਿਤੀ ਬੇਕਾਬੂ ਹੋਣ ਦੇ ਅਸਾਰ ਪੈਦਾ ਹੋ ਗਏ ਔਰ ਬੇਕਾਬੂ ਸਥਿਤੀ ਨੇ ਸਟੇਟਾਂ ਦੇ ਵਿੱਚ ਜੋ ਰਾਜਨੀਤਿਕ ਢਾਂਚੇ ਦੀ ਜਿਹੜੀ ਸਥਿਤੀ ਹੈ ਉਹਦੇ 'ਤੇ ਕੁਐਸਚਨ ਕਰਨੇ ਸ਼ੁਰੂ ਕਰਤੇ, ਉਸ ਸਥਿਤੀ ਦੇ ਵਿੱਚ ਹਿਲਜੁਲ ਪੈਦਾ ਕਰ ਦਿੱਤੀ, ਤਾਂ ਫਿਰ ਇਹ ਨੀਤੀ ਅਖਤਿਆਰ ਕੀਤੀ ਗਈ ਕਿ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਜਿਹੜੇ ਵਿਅਕਤੀ ਆਪਣੇ ਦੇਸ਼ ਜਾਂ ਘਰਾਂ ਨੂੰ ਪਰਤਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਣ ਲਈ ਗੱਡੀਆਂ ਜਾਂ ਬੱਸਾਂ ਦਾ ਪ੍ਰਬੰਧ ਸੰਬੰਧਿਤ ਰਾਜਾਂ ਦੀ ਮਰਜ਼ੀ ਨਾਲ ਕੀਤਾ ਜਾਏਗਾ। ਫਿਰ ਰਾਜਾਂ ਦੀ ਸ਼ਰਤ ਵੀ ਹਟਾ ਦਿੱਤੀ ਗਈ। ਬੜਾ ਕੁਛ ਇਸ ਦੌਰ ਦੇ ਵਿੱਚ ਹੋਇਆ ਔਰ ਇਹ ਚਿੱਠੀ ਦੇ ਲਿਖਣ ਵਾਲੇ ਜਿਹੜੇ ਸਾਡੇ ਪ੍ਰਮੁੱਖ ਸਿਹਤ ਮਾਹਰ ਨੇ, ਉਹਨਾਂ ਨੇ ਸਵਾਲ ਉਠਾਇਆ ਕਿ ਇਹਦੇ ਵਿੱਚ ਜਦੋਂ ਰਣਨੀਤੀ ਅਖਤਿਆਰ ਕੀਤੀ ਗਈ, ਇਹ ਐਸਪੈਕਟ, ਇਹ ਪੱਖ ਵਿਚਾਰਿਆ ਨਹੀਂ ਗਿਆ ਔਰ ਇਹੋ ਕਾਰਨ ਹੈ ਕਿ ਅੱਜ ਸਧਾਰਨ ਵਿਅਕਤੀ ਵੀ ਇਹ ਸਵਾਲ ਉਠਾਉਣ ਲੱਗੇ ਨੇ ਕਿ ਜਦੋਂ ਕੁਝ ਸੈਂਕੜੇ ਹੀ ਕਰੋਨਾ ਦੇ ਪੇਸ਼ੈਂਟ ਆਏ ਸੀ, ਲੋਕਡਾਊਨ ਮੁਲਕ ਵਿੱਚ ਲਾਗੂ ਕਰ ਦਿੱਤਾ ਗਿਆ, ਪੰਜਾਬ 'ਚ ਕਰਫਿਊ ਲੱਗ ਗਿਆ। ਅੱਜ ਜਦੋਂ ਵੱਡੇ ਪੱਧਰ ਉੱਤੇ ਕਰੋਨਾ ਮਰੀਜ਼ ਆ ਰਹੇ ਨੇ ਔਰ ਰੋਜ਼ਾਨਾ ਆਉਣ ਵਾਲੇ ਦੀ ਗਿਣਤੀ ਇੱਕ ਦਿਨ ਤੋਂ ਬਾਅਦ ਦੂਜੇ ਦਿਨ ਹੋਰ ਵੱਧ ਰਹੀ ਹੈ,
ਤੇ ਫਿਰ ਲੋਕਡਾਊਨ 5 ਜਾਂ ਇਉਂ ਕਹਿ ਲਓ ਅਨਲੌਕ ਨੰਬਰ 1 ਲਾਗੂ ਕੀਤਾ ਗਿਆ, ਜਿਹਦੇ ਵਿੱਚ ਲਗਭਗ ਸਾਰੀਆਂ ਹੀ ਛੋਟਾਂ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਨੇ। ਕਿਉਂ? ਇਹ ਇੱਕ ਬੜਾ ਵੱਡਾ ਸਵਾਲ ਹੈ। ਸਰਕਾਰੀ ਪੱਖ ਇਹ ਕਹਿ ਰਿਹਾ ਕਿ ਪਹਿਲੇ ਲੋਕਡਾਊਨ ਦੇ ਵਿੱਚ ਜਿਹੜੇ ਸਾਡੇ ਮੁਲਕ ਦੇ ਨਾਗਰਿਕ ਨੇ ਉਹਨਾਂ ਨੂੰ ਇਸ ਬਿਮਾਰੀ ਦੀ ਹੋਂਦ ਤੇ ਭਿਆਨਕਤਾ ਤੇ ਲੱਛਣਾਂ ਬਾਰੇ ਤੇ ਅਸਰਾਂ ਬਾਰੇ ਜਾਗਰੂਕ ਕਰਤਾ, ਅਵੇਅਰ ਕਰ ਦਿੱਤਾ। ਲੋਕ ਸਿਆਣੇ ਹੋ ਗਏ ਨੇ। ਜਿਹੜੇ ਕਰੋਨਾ ਵਿਰੁੱਧ ਅਸੀਂ ਜੰਗ ਲੜ ਰਹੇ ਸਾਂ, ਜਿਹਦੇ 'ਚ ਕਿਹਾ ਗਿਆ ਸੀ ਕਿ ਕਰੋਨਾ ਤੋਂ ਅਸੀਂ ਜਿੱਤ ਹਾਸਲ ਕਰਨੀ ਹੈ, ਕਰੋਨਾ ਨੂੰ ਹਰਾਉਣਾ ਹੈ, ਫਿਰ ਅਸੀਂ ਇਹ ਟਾਰਗੇਟ ਮਿੱਥ ਲਿਆ ਕਿ ਜੀਣਾ ਕਰੋਨਾ ਸੰਗ। ਕਰੋਨਾ ਚਿਰ ਸਤਾਵੀ ਚੱਲਣ ਵਾਲਾ ਇੱਕ ਵਰਤਾਰਾ ਹੈ ਔਰ ਇਹਦੇ ਸੰਗ ਜਿਉਣ ਦੀ ਸਾਨੂੰ ਆਦਤ ਪਾਉਣੀ ਚਾਹੀਦੀ ਹੈ। ਹੁਣ ਸਾਡੇ ਮੁਲਕ ਦੇ ਰਣਨੀਤੀਕਾਰਾਂ ਨੇ, ਪ੍ਰਧਾਨ ਮੰਤਰੀ, ਮੰਤਰੀਆਂ ਨੇ ਇਹ ਪੈਂਤੜਾ, ਇਹ ਨੀਤੀ ਅਖਤਿਆਰ ਕਰ ਲਈ ਹੈ। ਲੋਕਾਂ ਨੂੰ ਇਸ ਮਾਨਸਤਾ ਵਿੱਚ ਲਈ ਤਿਆਰ ਕੀਤਾ ਜਾ ਰਿਹਾ ਕਿ ਕਰੋਨਾ ਦੇ ਨਾਲ ਹੀ ਜਿਉਣ ਦਾ ਵੱਲ ਸਿੱਖੋ। ਬਹੁਤ ਕੁਛ ਸਾਡਾ ਜੀਵਨ ਸ਼ੈਲੀ ਨੂੰ ਜਿਹੜੀ ਰਵਾਇਤੀ ਹੈ ਉਹਨੂੰ ਬਦਲਣ ਲਈ ਜਿਹੜੇ ਹੈਗਾ ਮਨੋਵਿਗਿਆਨਕ ਤੌਰ 'ਤੇ ਸਾਨੂੰ ਤਿਆਰ ਕੀਤਾ ਜਾ ਰਿਹਾ। ਕਿਹਾ ਇਹ ਜਾ ਰਿਹਾ, ਹਾਲਾਂਕਿ ਕੇਂਦਰ ਵੱਲੋਂ ਵੀ ਜਿਹੜਾ ਕੋਡ ਆਫ ਜਿਹੜਾ ਦਿੱਤਾ ਗਿਆ ਸਾਡੇ 'ਤੇ, ਕੋਡ ਆਫ ਹੈਲਥ ਦਿੱਤਾ ਗਿਆ, ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਵੀ, ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਿਹੜਾ ਪਹਿਲਾ ਪੱਤਰ ਜਾਰੀ ਕੀਤਾ ਉਹਨੂੰ ਸੋਧ ਕਰਕੇ ਮਾਸਕ ਅਤੇ ਫਿਜ਼ੀਕਲ ਡਿਸਟੈਂਸ, ਜਿਹਨੂੰ ਉਹ ਸੋਸ਼ਲ ਡਿਸਟੈਂਸ ਕਹਿੰਦੇ ਨੇ, ਅਤੇ ਇਕਾਂਤਵਾਸ, 3 ਮੁੱਖ ਨੁਕਤਿਆਂ ਨੂੰ ਆਧਾਰ ਬਣਾ ਕੇ ਇਹਦੇ 'ਤੇ ਸਖਤੀ ਨਾਲ ਅਮਲ ਕਰਨ ਦੀ ਗੱਲ ਕਹੀ ਹੈ। ਘਰੋਂ ਬਾਹਰ ਨਿਕਲਦੇ ਹੀ, ਚਾਹੇ ਤੁਸੀਂ ਪੈਦਲ ਹੋਵੋ, 2 ਵੀਲਰ 'ਤੇ ਹੋਵੋ, 4 ਵੀਲਰ 'ਤੇ ਹੋਵੋ, ਗੱਡੀ ਆਪਣੀ ਹੈ, ਗੱਡੀ ਪਰਾਈ ਹੈ, ਸਰਕਾਰੀ ਹੈ, ਗੈਰ ਸਰਕਾਰੀ ਹੈ, ਕੋਈ ਵੀ ਹੈ, ਉਹਦੇ ਵਿੱਚ ਤੁਹਾਨੂੰ ਮਾਸਕ ਬੰਨ੍ਹਣਾ ਲਾਜ਼ਮੀ ਹੈ ਤੁਹਾਡੇ ਲਈ, ਔਰ ਇੱਕ ਦੂਜੇ ਦੇ ਉੱਤੇ ਨਿਸ਼ਚਿਤ ਦੂਰੀ ਬਣਾ ਕੇ ਵੀ ਰੱਖਣੀ ਲਾਜ਼ਮੀ ਹੈ। ਪਹਿਲਾਂ 3 ਫੁੱਟ ਦੀ ਦੂਰੀ ਕਹੀ, 1 ਗਜ ਦੀ, ਹੁਣ 2 ਗਜ ਦੀ ਕਹੀ ਜਾ ਰਿਹਾ। ਹਾਲਾਂਕਿ UNO ਦੀ ਇੱਕ ਰਿਪੋਰਟ ਮੁਤਾਬਕ 20 ਫੁੱਟ ਤੋਂ ਘੱਟ ਸਰਦਾ ਨਹੀਂ। ਔਰ ਜਿਹੜੇ ਮੁਲਕ ਦੇ ਵਿੱਚ 10 ਬਾਏ 10 ਫੁੱਟ ਦੇ ਕਮਰੇ ਦੇ ਵਿੱਚ 6 ਤੋਂ ਲੈ ਕੇ 10 ਜੀ ਰਹਿੰਦੇ ਹੋਣ, ਉਹਦੇ ਵਿੱਚ ਸੋਸ਼ਲ ਡਿਸਟੈਂਸ ਰੱਖਣੀ ਕਿੰਨੀ ਕੁ, ਜਾਂ ਫਿਜ਼ੀਕਲ ਡਿਸਟੈਂਸ ਰੱਖਣੀ ਕਿੰਨੀ ਕੁ ਵਿਹਾਰਕ। ਔਰ ਇੱਕ ਹੋਰ ਬਿਊਰੋਕਰੇਟਿਕ ਵਿਹਾਰਕਤਾ ਦਾ ਜਿਹੜੀ ਹੈਗੀ ਐਗਜ਼ਾਮਪਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਚਰਚਾ ਹੋਈ। ਇੱਕ 2 ਵੀਲਰ ਦੇ ਉੱਤੇ ਇੱਕ ਜੋੜਾ ਜਾ ਰਿਹਾ, ਟ੍ਰੈਫਿਕ ਪੁਲਿਸ ਰੋਕਦੀ ਹੈ, ਪੁੱਛਣ 'ਤੇ ਉਹ ਦੱਸਦੇ ਨੇ ਕਿ ਅਸੀਂ ਮੀਆਂ ਬੀਬੀ ਹਾਂ। ਸਾਬਤ ਕਰਨ ਲਈ ਉਹ ਆਪਣੇ ਡਾਕੂਮੈਂਟ ਦਿਖਾ ਦਿੰਦੇ ਨੇ, ਪਰ ਟ੍ਰੈਫਿਕ ਵਾਲੇ ਕਹਿੰਦੇ ਨੇ ਕਿ ਤੁਸੀਂ ਫਿਜ਼ੀਕਲ ਡਿਸਟੈਂਸ ਮੇਨਟੇਨ ਨਹੀਂ ਕੀਤੀ, ਚਲਾਨ ਹੋਣਾ ਬਣਦਾ। ਦਲੀਲ ਦਿੰਦੇ ਨੇ ਕਿ ਅਸੀਂ ਪਤੀ ਪਤਨੀ ਹਾਂ, ਘਰ ਵਿੱਚ ਇਕੱਠੇ ਰਹਿੰਦੇ ਹਾਂ, ਬੈਡਰੂਮ ਸਾਡਾ ਇੱਕ ਹੈ, ਸਾਡੇ 'ਚੋਂ ਕਿਸੇ ਨੂੰ ਕਰੋਨਾ ਹੋਇਆ ਨਹੀਂ। ਅਤੇ ਫਿਰ ਜਦੋਂ ਦੋਨੇ ਸਿਹਤਮੰਦ ਨੇ ਵਿਅਕਤੀ, ਅਤੇ ਉਹਨਾਂ 'ਚ ਸੋਸ਼ਲ ਡਿਸਟੈਂਸ ਜਾਂ ਜਿਹੜੀ ਫਿਜ਼ੀਕਲ ਡਿਸਟੈਂਸ ਰੱਖਣੀ ਕੋਈ ਬਹੁਤਾ ਮਾਣਾ ਨਹੀਂ ਰੱਖਦੀ। ਵੈਸੇ ਵੀ ਪਤੀ ਪਤਨੀ ਦੇ ਵਿੱਚ ਜਦੋਂ ਤੁਸੀਂ ਰੋਜ਼ਮਰਾ ਆਪਣਾ ਜੀਵਨ ਬਿਤਾਉਂਦੇ ਹੋ ਤਾਂ ਫਿਰ ਫਿਜ਼ੀਕਲ ਡਿਸਟੈਂਸ ਦਾ ਜਿਹੜਾ ਸੰਕਲਪ ਹੈ, ਇਹਦੀ ਵਿਹਾਰਕਤਾ ਹੈ, ਉਹ ਦਰਅਸਲ ਬੇਈਮਾਨੀ ਜਾਪਦੀ ਆ, ਪਰ ਉਹਨਾਂ ਦਾ ਚਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਕਿਉਂਕਿ ਪਹਿਲਾਂ ਡਬਲ ਰਾਈਡਿੰਗ ਮਨ੍ਹਾ ਸੀ, ਹੁਣ ਡਬਲ ਰਾਈਡਿੰਗ ਵੀ ਸ਼ੁਰੂ ਹੋ ਗਈ। 4 ਵੀਲਰ 'ਤੇ ਜਾਣਾ ਡਰਾਈਵਰ ਪਲੱਸ 2 ਸਵਾਰੀਆਂ ਦੀ ਇਜਾਜ਼ਤ ਮਿਲ ਗਈ, 3 ਵੀਲਰ 'ਤੇ ਜਾਣਾ 1+1 ਦੀ ਇਜਾਜ਼ਤ ਮਿਲ ਗਈ। ਇਹ ਸਾਰਾ ਕੁਛ ਜਦੋਂ ਇੰਪਲੀਮੈਂਟ ਹੋ ਰਿਹਾ, ਔਰ ਸਿਹਤ ਵਿਭਾਗ ਪੰਜਾਬ ਨੇ ਆਪਣਾ ਇੱਕ ਸੋਧ ਪੱਤਰ ਜਾਰੀ ਕਰਕੇ ਜਿਹੜੇ ਮਾਸਕ ਨਾ ਬੰਨ੍ਹਣ ਦਾ ਜੁਰਮਾਨਾ 200 ਸੀ ਉਹ 500 ਕਰਤਾ। ਇਸੇ ਤਰ੍ਹਾਂ ਬਾਕੀ ਜੁਰਮਾਨੇ ਵਧਾ ਦਿੱਤੇ ਗਏ। ਮੁੱਖ ਮੰਤਰੀ ਜਦੋਂ ਸੋਸ਼ਲ ਮੀਡੀਆ 'ਤੇ ਫੇਸਬੁੱਕ ਰਾਹੀਂ
ਸਵਾਲਾਂ ਦਾ ਜਵਾਬ ਦਿੰਦਿਆਂ ਸਾਹਮਣੇ ਨਜ਼ਰ ਆਏ। ਉਹਨਾਂ ਹੁੱਬ ਕੇ ਦਾਅਵਾ ਕੀਤਾ ਕਿ ਕੁਝ ਦਿਨਾਂ ਦੇ ਵਿੱਚ ਇੰਨੇ ਚਲਾਨ ਜਿਹੜੇ ਹੈਗੇ ਆ ਮਾਸਕ ਨਾ ਪਹਿਨਣ ਦੇ ਕਰਕੇ ਕਰ ਦਿੱਤੇ ਗਏ, ਇੰਨੇ ਚਲਾਨ ਜਿਹੜੀ ਫਿਜ਼ੀਕਲ ਡਿਸਟੈਂਸ ਨਾ ਬਣਾਉਣ ਕਰਕੇ ਕੀਤੇ ਗਏ, ਇੰਨੇ ਚਲਾਨ ਇਕਾਂਤਵਾਸ ਭੰਗ ਕਰਨ ਕਰਕੇ ਕੀਤੇ ਗਏ, ਔਰ ਕਰੋੜ 1.5 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰ ਲਈ ਗਈ। ਤਾਂ ਸਵਾਲ ਕਰਨਾ ਬਣਦਾ ਹੈ ਕਿ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਲੰਬੇ ਲੋਕਡਾਊਨ ਦੇ ਦਰਮਿਆਨ ਉਹਨਾਂ ਵਿੱਚ ਕਰੋਨਾ ਬਾਰੇ ਅਵੇਅਰਨੈਸ ਕ੍ਰੀਏਟ ਕਰ ਦਿੱਤੀ ਹੈ, ਉਹਨਾਂ ਲੋਕਾਂ ਦੇ ਵਿੱਚ ਇਸ ਅਵੇਅਰਨੈਸ ਪ੍ਰਤੀ ਪਾਬੰਦ ਹੋਣ ਦੇ ਜਿਹੜੀ ਤਾਲੀਮ ਡਿਵੈਲਪ ਕਰ ਦਿੱਤੀ ਹੈ, ਅਤੇ ਫਿਰ ਉਸ ਦੇ ਕੀ ਮਾਅਨੇ ਰਹਿ ਜਾਂਦੇ ਨੇ? ਕਿ ਇਹ ਸਮਝ ਲਿਆ ਜਾਵੇ ਕਿ ਹੁਣ ਕਰੋਨਾ ਜਾਂ ਫਿਰ ਮਾਸਕ ਇਕਾਂਤਵਾਸ ਜਾਂ ਫਿਰ ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹ ਪੰਜਾਬ ਸਰਕਾਰ ਵਾਸਤੇ ਕਾਰੂ ਦਾ ਖਜ਼ਾਨਾ ਬਣ ਰਹੀ ਹੈ। ਬਹੁਤ ਸਾਰੇ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਮੈਂ ਵੀ ਲੱਭ ਰਿਹਾ, ਤੁਸੀਂ ਵੀ ਲੱਭ ਰਹੇ ਹੋ, ਅਤੇ ਜਵਾਬ ਦੇਣ ਵਾਲੇ ਚੁੱਪ ਨੇ। ਕਦੋਂ ਜਵਾਬ ਮਿਲਣਗੇ? ਕਦੋਂ ਇਹ ਸਵਾਲ ਸੁਲਝਣਗੇ? ਉਡੀਕਦੇ ਹਾਂ। ਉਡੀਕ ਤੁਹਾਨੂੰ ਵੀ ਹੈ, ਮੈਨੂੰ ਵੀ ਹੈ, ਔਰ ਕਾਮਨਾ ਕਰੀਏ ਕਿ ਉਹ ਭਿਆਨਕ ਦਿਨ ਸਾਨੂੰ ਨਾ ਵੇਖਣੇ ਪੈਣ ਜਿਨ੍ਹਾਂ ਭਿਆਨਕ ਦਿਨਾਂ ਦੀ ਤਸਵੀਰ ਕਸ਼ੀ ਸਾਡੇ ਸਾਹਮਣੇ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਉਹ ਦਿਨ ਵੀ ਆਉਣੇ ਨੇ ਜਦੋਂ ਮੁਲਕ ਦੇ ਵਿੱਚ ਕਰੋਨਾ ਦਾ ਕਹਿਰ ਇੰਨਾ ਵੱਧ ਜਾਏਗਾ। ਮੈਂ ਜਾਂਦਿਆਂ 2 ਨੁਕਤੇ ਹੋਰ ਚੇਤੇ ਮੈਨੂੰ ਆ ਗਏ, ਮੈਂ ਸਾਂਝੇ ਕਰਨੇ ਚਾਹੁੰਦਾ। ਅੰਕੜੇ ਜਦੋਂ ਜਾਰੀ ਹੁੰਦੇ ਨੇ ਉਹਦੇ ਵਿੱਚ ਕਿਹਾ ਜਾਂਦਾ ਕਿ ਟੋਟਲ ਪੇਸ਼ੈਂਟ ਇੰਨੇ ਹੋ ਗਏ, ਉਹਦੀ ਡੈਥ ਇੰਨੀ ਹੋ ਗਈ, ਇੰਨੇ ਨਵੇਂ ਪੇਸ਼ੈਂਟ ਆਏ। ਇੱਕ ਵਕਤ ਉਦੋਂ ਆਇਆ ਜਦੋਂ ਇੱਕ ਵਿਸ਼ੇਸ਼ ਧਰਮ ਦੇ ਅੰਕੜਿਆਂ ਨੂੰ ਉਭਾਰ ਕੇ ਪੇਸ਼ ਕੀਤਾ ਗਿਆ। ਫਿਰ ਇੱਕ ਉਹ ਵੀ ਜਿਹੜਾ ਵਕਤ ਆਇਆ ਜਦੋਂ ਇੱਕ ਦੂਸਰੇ ਧਰਮ ਦੇ ਅੰਕੜਿਆਂ ਨੂੰ ਵਿਸ਼ੇਸ਼ ਤੌਰ 'ਤੇ ਜੋੜ ਕੇ ਪੇਸ਼ ਕੀਤਾ ਗਿਆ। ਮੀਡੀਆ ਨੇ ਇਹਨੂੰ ਪ੍ਰਮੁੱਖਤਾ ਨਾਲ ਉਛਾਲਿਆ। ਇਹਦੇ ਪਿੱਛੇ ਕੀ ਰਣਨੀਤੀ ਸੀ, ਕੀ ਸੋਚ ਕੰਮ ਕਰਦੀ ਸੀ, ਕੀ ਵਿਉਂਤਬੰਦੀ ਸੀ, ਉਹ ਬਹੁਤੇ ਲੋਕਾਂ ਦੀ ਜ਼ੁਬਾਨ ਦੇ ਉੱਤੇ ਹੈ, ਔਰ ਉਹਨੇ ਕੰਮ ਵੀ ਕੀਤਾ। ਉਹਨੇ ਸੋਸ਼ਲ ਤੌਰ 'ਤੇ ਨਵੀਂ ਪੋਲਰਾਈਜੇਸ਼ਨ ਵੀ ਕੀਤੀ। ਉਹ ਪੋਲਰਾਈਜੇਸ਼ਨ ਕਿਹਦੇ ਹੱਕ 'ਚ ਗਈ, ਕਿਹਦੇ ਵਿਰੋਧ 'ਚ ਗਈ, ਇਹ ਵੀ ਸਭ ਜਾਣਦੇ ਨੇ। ਮੇਰਾ ਸਵਾਲ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹਦੇ 'ਤੇ, ਉਹ ਇਹ ਕਿ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਇੰਨੇ ਪੇਸ਼ੈਂਟਾਂ ਦੇ ਵਿੱਚੋਂ ਇੰਨੇ ਪੇਸ਼ੈਂਟ ਠੀਕ ਹੋ ਕੇ ਜਾਂਦੇ ਰਹੇ, ਰਿਕਵਰ ਹੋ ਗਏ, ਅਤੇ ਸਾਡਾ ਡੈਥ ਰੇਟ ਜਿਹੜਾ ਹੈਗਾ ਵਿਸ਼ਵ ਭਰ ਵਿੱਚ ਸਭ ਤੋਂ ਘੱਟ ਹੈ। ਕਿਸੇ 'ਚ 5 ਆ, ਕਿਸੇ 'ਚ 6 ਆ, ਕਿਸੇ 'ਚ 3.5 4 ਇਸ ਤਰ੍ਹਾਂ ਹੈ। ਸਾਡਾ 2-2.5% ਹੈ। ਸਵਾਗਤਯੋਗ ਗੱਲ ਹੈ, ਤਸੱਲੀ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ। ਰਿਕਵਰੀ ਰੇਟ ਸਾਡਾ ਵਧਿਆ, ਸਾਡੇ 'ਚ ਮੌਤਾਂ ਵੀ ਇੰਨੀਆਂ ਨਹੀਂ ਹੋਈਆਂ, ਕੁਝ ਤਸੱਲੀ ਦਾ ਅਨੁਭਵ ਹੁੰਦਾ। ਰਿਕਵਰੀ ਰੇਟ ਕਿਵੇਂ ਵੱਧ ਗਿਆ? ਇਹਦੇ ਜਿਹੜੇ ਮੇਰੀ ਸਧਾਰਨ ਬੁੱਧੀ ਸਮਝਦੀ ਹੈ, ਜਿਹੜੇ ਮੁੱਖ 2 ਕਾਰਨ ਮੈਨੂੰ ਲੱਗਦੇ ਨੇ ਜਾਂ ਜਿਹੜੇ ਹੋਣੇ ਚਾਹੀਦੇ ਨੇ। ਇੱਕ ਕਿ ਸਾਡੇ ਲੋਕਾਂ ਦੀ ਜਿਹੜੀ ਇੰਡੀਵਿਜੂਅਲ ਵਿਅਕਤੀਗਤ ਜਿਹੜੀ ਸਾਡੀ ਰੱਖਿਆ ਪ੍ਰਣਾਲੀ ਸਰੀਰ ਦੀ ਇਮਿਊਨਿਟੀ ਹੈ ਉਹ ਡਿਵੈਲਪ ਹੋ ਗਈ, ਮਜ਼ਬੂਤ ਹੋ ਗਈ। ਦੂਜਾ, ਜਿਹੜੀ ਸਾਡੀ ਭਾਈਚਾਰਕ ਜਾਂ ਕਮਿਊਨਿਟੀ ਹਾਰਡ ਜਿਹੜੀ ਇਮਿਊਨਿਟੀ ਹੈ ਉਹ ਡਿਵੈਲਪ ਹੋ ਗਈ। ਅਤੇ ਇਹਦੇ ਵਾਸਤੇ ਕੀ ਡਿਵੈਲਪ ਹੋਣ ਦੇ ਆਧਾਰ ਕੀ ਨੇ? ਇੱਕ, ਸਾਡੇ ਲੋਕਾਂ ਨੂੰ ਉਹ ਪੌਸ਼ਟਿਕ ਖੁਰਾਕ ਮਿਲਣੀ ਸ਼ੁਰੂ ਹੋ ਗਈ ਜਿਹੜੀ ਪੌਸ਼ਟਿਕ ਖੁਰਾਕ ਦੇ ਵਿੱਚ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸਾਰੇ ਪੌਸ਼ਟਿਕ ਤੱਤ, ਮਿਨਰਲ, ਵਿਟਾਮਿਨ ਹੈਗੇ ਨੇ, ਜਿਨ੍ਹਾਂ ਨੇ ਇੰਨੀ ਸਾਡੀ ਸ਼ਕਤੀ ਪੈਦਾ ਕਰਤੀ ਕਿ ਕਰੋਨਾ ਵਾਇਰਸ ਨਾਲ ਲੜ ਸਕਣ। ਅਤੇ ਇਹ ਗੱਲ ਹਾਰਡ ਕਮਿਊਨਿਟੀ ਵਾਸਤੇ ਲਾਗੂ ਹੁੰਦੀ ਹੈ। ਤਾਂ ਇਹਦੇ 'ਚ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਬਿਨਾਂ ਸ਼ੱਕ, ਕੇਂਦਰ ਸਰਕਾਰ ਨੇ 5 ਕਿਲੋ ਚੌਲ ਜਾਂ 5 ਕਿਲੋ ਕਣਕ ਦੇ ਕਿਲੋ ਦਾਲ ਦੇ ਜਿਹੜੇ ਪੈਕਟ
ਪਹਿਲਾਂ ਮੋਦੀ ਕਿੱਟ ਦੇ ਨਾਂ ਹੇਠ ਆਏ ਅਤੇ ਪੰਜਾਬ ਸਰਕਾਰ ਨੇ ਉਹ ਕੈਪਟਨ ਕਿੱਟ ਦੇ ਨਾਲ ਵੰਡੇ ਗਏ। ਵੰਡੇ ਵੀ ਕਿਵੇਂ ਗਏ ਉਹ ਤੁਹਾਨੂੰ ਪਤਾ ਕਿ ਇਹਦੇ ਵਿੱਚ ਜਿਹੜੀ ਆਪਣਾ ਰਾਜਨੀਤੀਕਰਨ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਬਹੁਤ ਸਾਰੇ ਮਸਲੇ ਖੜ੍ਹੇ ਹੋਏ, ਇਤਰਾਜ਼ ਉੱਠੇ, ਹੱਕਦਾਰਾਂ ਨੂੰ ਨਾ ਮਿਲਣ ਦੀ ਗੱਲ ਹੋਈ ਅਤੇ ਜਿਹੜੇ ਹੱਕਦਾਰ ਨਹੀਂ ਉਹਨਾਂ ਦੇ ਮਾਲੋ ਮਾਲ ਹੋਣ ਦੀਆਂ ਗੱਲਾਂ ਵੀ ਆਈਆਂ। ਜਦੋਂ ਤੁਸੀਂ ਪੌਸ਼ਟਿਕ ਖੁਰਾਕ ਮੁਹੱਈਆ ਕਰਾਉਣ ਵਾਸਤੇ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕੇ, ਤੁਸੀਂ ਕਣਕ ਅਤੇ ਚੌਲ ਅਤੇ ਦਾਲ ਅਤੇ ਛੋਲੇ ਹੀ ਭੇਜੇ ਨੇ, ਇਹਦੇ ਲਈ ਹੋਰ ਕੁਝ ਨਹੀਂ ਭੇਜਿਆ। ਜੇ ਲੋਕ ਆਪਣੀ ਜੇਬ ਕੁਝ ਉਹ ਖਰਚ ਕਰਕੇ ਖਰੀਦ ਸਕਣ ਮਾਰਕੀਟ 'ਚੋਂ, ਇਹਦੇ ਵਾਸਤੇ ਤੁਸੀਂ ਪੈਸਾ ਨਹੀਂ ਪਾਇਆ। ਫਿਰ ਵਿਅਕਤੀਗਤ ਇਮਿਊਨਿਟੀ ਕਿਵੇਂ ਮਜ਼ਬੂਤ ਹੋ ਗਈ? ਇਸੇ ਤਰ੍ਹਾਂ ਜਿਹੜੀ ਕਮਿਊਨਿਟੀ ਜਿਹੜੀ ਆਪਣਾ ਰੱਖਿਆ ਪ੍ਰਣਾਲੀ ਆ, ਇਹਦੇ ਵਾਸਤੇ ਜਿਹੜੀ ਆਪਣਾ ਸਫਾਈ ਸੈਨੀਟੇਸ਼ਨ ਦੀਆਂ ਸਹੂਲਤਾਂ ਡਿਵੈਲਪ ਕਰਨਾ, ਜਿਹੜੇ ਏਰੀਆ 'ਚ ਕੰਜਕਟਡ ਏਰੀਆ ਜਾਂ ਸੰਘਣੀ ਆਬਾਦੀ 'ਚ ਜਿੱਥੇ ਰੋਸ਼ਨੀ ਵੀ ਨਹੀਂ ਜਾ ਰਹੀ, ਹਵਾ ਦਾ ਵੀ ਵਾਜਬ ਪ੍ਰਬੰਧ ਨਹੀਂ, ਪੀਣ ਵਾਲਾ ਠੀਕ ਪਾਣੀ ਨਹੀਂ ਮਿਲਦਾ, ਸਫਾਈ ਦਾ ਪ੍ਰਬੰਧ ਨਹੀਂ, ਇਹ ਸਾਰੇ ਪ੍ਰਬੰਧ ਕੀ ਦੂਰ ਕਰਕੇ ਹਵਾ, ਪਾਣੀ, ਸੂਰਜ ਦੀ ਰੋਸ਼ਨੀ ਦਾ ਪ੍ਰੋਪਰ ਪ੍ਰਬੰਧ ਕਰ ਲਿਆ। ਕਿ ਰਹਿਣ ਲਈ ਜਿਹੜੇ ਯੋਗ ਮਕਾਨ ਮੁਹੱਈਆ ਕਰਵਾ ਦਿੱਤੇ। ਅਤੇ ਜੇ ਫਿਰ ਇਹ ਵੀ ਨਹੀਂ ਕਰਵਾਇਆ ਅਤੇ ਫਿਰ ਹਾਰਡ ਇਮਿਊਨਿਟੀ ਕਿਵੇਂ ਡਿਵੈਲਪ ਹੋ ਗਈ, ਜਿਹੜੀ ਇਮਿਊਨਿਟੀ ਕਿਵੇਂ ਡਿਵੈਲਪ ਹੋ ਗਈ? ਇਹ ਇੱਕ ਬੜਾ ਸਵਾਲ ਹੈ। ਨਾਲ ਹੋਰ ਵੀ ਕਈ ਸਵਾਲ ਇਹਦੇ ਜੁੜਦੇ ਨੇ। ਜਾਂ ਕੋਈ ਵਿਅਕਤੀ ਆਪਣੇ ਲਈ ਇਹ ਬੁਨਿਆਦੀ ਸਹੂਲਤਾਂ ਜੁਟਾਉਣ ਲਈ ਤਾਂ ਹੀ ਜਿਹੜਾ ਸਮਰੱਥ ਹੁੰਦਾ ਜੇ ਉਹਦੀ ਜੇਬ ਵਿੱਚ ਪੈਸੇ ਹੋਣ। ਅਤੇ ਜੇਬ ਵਿੱਚ ਪੈਸੇ ਕਿੱਥੇ ਆਉਣੇ ਨੇ? ਜੇਬ ਵਿੱਚ ਪੈਸੇ ਤਾਂ ਹੀ ਆਉਣਗੇ ਜੇ ਉਹਦੇ ਕੋਲ ਢੁਕਵਾਂ ਰੁਜ਼ਗਾਰ ਹੋਵੇ ਅਤੇ ਰੁਜ਼ਗਾਰ ਵੀ ਉਹਦੇ ਜਿਹੜਾ ਕੁਆਲੀਫਿਕੇਸ਼ਨ ਮੁਤਾਬਕ ਹੋਵੇ। ਅੰਕੜੇ ਤਾਂ ਇਹ ਕਹਿੰਦੇ ਨੇ ਕਿ ਕਰੋਨਾ ਨੇ 12 ਕਰੋੜ ਲੋਕਾਂ ਤੋਂ ਰੁਜ਼ਗਾਰ ਖੋਹ ਲਏ ਨੇ। 12 ਕਰੋੜ ਲੋਕਾਂ ਦਾ ਮਤਲਬ ਤੁਸੀਂ ਗਿਣੋ ਵੀ 12 ਕਰੋੜ ਜਿਹੜੇ ਸਾਡੇ ਪਰਿਵਾਰ ਨੇ, ਅਤੇ ਇੱਕ ਪਰਿਵਾਰ ਦੇ ਵਿੱਚ ਔਸਤ ਅਸੀਂ 5 ਜੀ ਵੀ ਮੰਨ ਲਈਏ ਛੋਟੇ ਵੱਡੇ, ਤਾਂ ਫਿਰ 60 ਕਰੋੜ ਦਾ ਇੱਕ ਵੱਡਾ ਅੰਕੜਾ ਬਣਦਾ ਹੈ। ਜਦੋਂ ਐਡੀ ਆਬਾਦੀ ਕੋਲ ਰੁਜ਼ਗਾਰ ਨਾ ਰਿਹਾ ਹੋਵੇ, ਉਹਨਾਂ ਕੋਲ ਖਾਣ ਪੀਣ ਦੀ ਸਹੂਲਤਾਂ ਨਾ ਹੋਣ, ਅਤੇ ਫਿਰ ਉਹਨਾਂ ਦੀ ਜਿਹੜੀ ਵਿਅਕਤੀਗਤ ਜਿਹੜੀ ਇਮਿਊਨਿਟੀ ਹੈ ਅਤੇ ਜਿਹੜੀ ਕਮਿਊਨਿਟੀ ਜਿਹੜੀ ਇਮਿਊਨਿਟੀ ਹੈ ਉਹ ਕਿਵੇਂ ਡਿਵੈਲਪ ਹੋਊਗੀ? ਇਹ ਸਵਾਲ ਦਾ ਜਵਾਬ ਕੋਈ ਨਹੀਂ ਦੇ ਰਿਹਾ। ਅੱਗੋਂ ਕੀ ਨੀਤੀ ਹੈ? ਖੁੱਲ੍ਹਾ ਦੇਣੀਆਂ ਵਾਜਬ ਨੇ, ਕਿਉਂਕਿ ਕੋਈ ਵੀ ਕਿਸੇ ਵੀ ਮੁਲਕ ਦੇ ਵਿੱਚ ਇੰਨਾ ਲੰਮਾ ਲੋਕਡਾਊਨ ਨਹੀਂ ਰੱਖਿਆ ਜਾ ਸਕਦਾ। ਅਰਥਚਾਰਾ ਜਿਹੜਾ ਪਹਿਲਾਂ ਸਲੋ ਡਾਊਨ ਕਰਦਿਆਂ ਜਿਹੜਾ ਨਿਮਾਣਾ ਅਤੇ ਪਤਾਲਾਂ ਵੱਲ ਨੂੰ ਦੌੜ ਲਿਆ ਸੀ, ਉਹਨੂੰ ਉੱਤੋਂ ਦੀ ਤੋੜ ਨੂੰ ਹੋਰ ਤੇਜ਼ ਕਰਨ ਲਈ ਲੋਕਡਾਊਨ ਕਰਫਿਊ ਨੂੰ ਹਿੱਸਾ ਪਾਇਆ। ਰੋਕਣਾ ਲਾਜ਼ਮੀ ਸੀ, ਕਿਉਂਕਿ ਮਜ਼ਬੂਤ ਆਰਥਿਕਤਾ ਜਿਹੜੀ ਵਿਅਕਤੀਗਤ ਅਤੇ ਮੁਲਕ ਦੀ ਸੁਤੰਤਰਤਾ, ਪ੍ਰਭੂਸੱਤਾ ਦੀ ਗਰੰਟੀ ਹੁੰਦੀ ਹੈ। ਇਹ ਬਣਾਉਣਾ, ਇਹ ਆਰਥਿਕਤਾ ਜਿਹੜੀ ਪ੍ਰਭੂਸੱਤਾ ਕਾਇਮ ਰੱਖਣੀ ਲਈ ਆਰਥਿਕ ਜਿਹੜੀ ਸਲੋ ਡਾਊਨ ਉਹਨੂੰ ਰੋਕਣਾ ਲਾਜ਼ਮੀ ਹੈ, ਅਰਥਚਾਰੇ 'ਚ ਜਾਨ ਪਾਉਣੀ ਲਾਜ਼ਮੀ ਹੈ। ਔਰ ਇਹਦੇ ਵਾਸਤੇ 20 ਲੱਖ ਕਰੋੜ ਦਾ ਪੈਕੇਜ ਵੀ ਐਲਾਨਿਆ ਗਿਆ। 20 ਲੱਖ ਕਰੋੜ ਪੈਕੇਜ ਦੇ ਵਿੱਚ ਮਜ਼ਦੂਰਾਂ ਦੀ ਜੇਬਾਂ 'ਚ ਪਾਉਣ ਲਈ ਕੀ ਕੀਤਾ ਗਿਆ? ਛੋਟੇ ਦੁਕਾਨਦਾਰ, ਰੇਹੜੀਦਾਰ, ਰਕਸ਼ਾ ਮਾਉਣ ਵਾਲੇ, ਇਹੋ ਜਿਹੇ ਹੋਰ ਜਿਹੜੇ ਰੋਜ਼ਮर्रा ਦੇ ਜਿਹੜੇ ਕਮਾ ਕੇ ਖਾਣ ਵਾਲਿਆਂ ਨੂੰ ਕੀ ਦਿੱਤਾ? ਰੇਹੜੀ ਵਾਲਿਆਂ ਵਾਸਤੇ ਲੋਨ, ਅਤੇ ਇਸੇ ਤਰ੍ਹਾਂ ਕਰਜ਼ਾ ਆਧਾਰਿਤ ਜਿਹੜਾ ਤੁਸੀਂ ਪੈਕੇਜ ਦਿੱਤਾ। ਪ੍ਰਵਾਸੀ ਮਜ਼ਦੂਰਾਂ ਲਈ ਕੀ ਹੈ? ਦਿਹਾੜੀਦਾਰ ਮਜ਼ਦੂਰਾਂ ਲਈ ਕੀ ਹੈ? ਇਹ ਜਦੋਂ ਤੁਸੀਂ ਇਹ ਕੁਛ ਨਹੀਂ ਕੀਤਾ ਤਾਂ ਫਿਰ ਵਿਅਕਤੀਗਤ, ਨਿੱਜੀ ਕਹਿ ਲਓ, ਪਰਸਨਲ ਕਹਿ ਲਓ, ਅਤੇ ਪਰਿਵਾਰ ਦੀ ਕਹਿ ਲਓ, ਭਾਈਚਾਰੇ ਦੀ ਕਹਿ ਲਓ, ਕਮਿਊਨਿਟੀ ਦੀ ਕਹਿ ਲਓ, ਹਾਰਡ ਇਮਿਊਨਿਟੀ ਕਿਵੇਂ ਡਿਵੈਲਪ ਹੋਏਗੀ? ਅਤੇ ਜੇ ਦੋਨੇ ਤਰ੍ਹਾਂ ਦੀ ਜਿਹੜੀ ਇਮਿਊਨਿਟੀ ਡਿਵੈਲਪ ਨਹੀਂ ਹੋਏਗੀ ਅਤੇ ਫਿਰ ਕਰੋਨਾ ਵਾਇਰਸ ਨਾਲ ਜਿਹੜਾ ਹੈਗਾ ਕਿਵੇਂ ਨਜਿੱਠਿਆ ਜਾਏਗਾ? ਇੱਕ ਤੱਥ ਹੋਰ ਜੋੜ ਦੇਵਾਂ। ਕਰੋਨਾ ਮਹਾਂਮਾਰੀ ਦੇ ਨਾਲ ਫਰੰਟ ਫੁੱਟ 'ਤੇ ਲੜਨ ਵਾਲੇ ਡਾਕਟਰ ਨੇ, ਸਟਾਫਾਂ ਨੇ, ਪੈਰਾਮੈਡੀਕਲ ਸਟਾਫ ਹੈ, ਫਾਰਮਾਸਿਸਟ ਨੇ, ਸਫਾਈ ਸੇਵਕ ਨੇ, ਡਰਾਈਵਰ ਨੇ, ਪੁਲਿਸ ਵਿਭਾਗ ਹੈ, ਟਰਾਂਸਪੋਰਟ ਦੇ ਕਾਮੇ ਨੇ, ਸੈਨੀਟੇਸ਼ਨ ਡਿਪਾਰਟਮੈਂਟ ਹੈ, ਫਾਇਰ ਬ੍ਰਿਗੇਡ ਵਾਲੇ ਨੇ,
ਜਲ ਸਪਲਾਈ ਵਾਲੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਇਸ ਜਦ ਦੇ ਵਿੱਚ ਆਉਂਦੇ ਨੇ ਅਤੇ ਉਹਨਾਂ ਨੂੰ ਪੁਖਤਾ ਰਾਹਤ ਪ੍ਰਬੰਧ ਦੇ ਦਿੱਤੇ ਨੇ। ਉਹਨਾਂ ਦੇ ਸੇਫਟੀ ਵਾਸਤੇ ਪੂਰੇ ਪ੍ਰਬੰਧ ਨੇ। ਅੱਜ ਤੱਕ ਡਾਕਟਰ ਇਹ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਕੋਲ ਪੀਪੀ ਕਿੱਟਾਂ ਨਹੀਂ, ਹਸਪਤਾਲਾਂ ਦੇ ਵਿੱਚ ਪ੍ਰੋਪਰ ਬੈੱਡ ਨਹੀਂ। ਇਕਾਂਤਵਾਸ ਦੇ ਲੋਕ ਜਿਹੜੇ ਇਕਾਂਤਵਾਸ ਕੱਟ ਕੇ ਆਏ ਨੇ, ਮੈਂ ਕਿ ਉਹਨਾਂ ਦੇ ਨਾਂ ਲੈ ਕੇ ਦੱਸ ਸਕਦਾ, ਪ੍ਰਮੁੱਖ ਵਿਅਕਤੀ ਨੇ, ਉਹ ਸ਼ਿਕਾਇਤ ਕਰਦੇ ਨੇ ਕਿ ਇਕਾਂਤਵਾਸ ਜਿਹੜਾ ਜੇਲ੍ਹਾਂ ਦੇ ਬਰਾਬਰ ਹੈ। ਉਹ ਦੱਸ ਰਹੇ ਨੇ ਕਿ ਜਿਹੜੇ ਪ੍ਰਾਈਵੇਟ ਹੋਟਲਾਂ ਸਾਨੂੰ ਠਹਿਰਾਇਆ ਗਿਆ, ਉੱਥੇ 20 ਰੁਪਏ ਮਿਲਣ ਵਾਲੀ ਪਾਣੀ ਦੀ ਬੋਤਲ ਵੀ 60 ਰੁਪਏ ਦੀ ਮਿਲੀ ਹੈ। ਸਧਾਰਨ ਖਾਣਾ ਜਿਹੜਾ 40 ਜਾਂ 50 ਰੁਪਏ ਥਾਲੀ ਬਾਹਰ ਮਿਲ ਜਾਂਦਾ, ਉੱਥੇ 200 ਰੁਪਏ ਦਿੱਤਾ ਗਿਆ। ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹ ਜਿਹੜਾ ਲੋਕਾਂ ਅੱਗੇ ਰੋਡ ਮੈਪ ਲੈ ਕੇ ਆਉਂਦੀ ਕਿ ਅਸੀਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਨਿੱਜੀ ਵਿਅਕਤੀਗਤ ਪਰਸਨਲ ਇਮਿਊਨਿਟੀ ਡਿਵੈਲਪ ਕਰਨ ਵਾਸਤੇ ਆਹ ਕਦਮ ਚੁੱਕ ਰਹੇ ਹਾਂ, ਇਹਦੇ ਵਾਸਤੇ ਅਸੀਂ ਰੁਜ਼ਗਾਰ ਦੇ ਪ੍ਰਬੰਧ ਕਰ ਰਹੇ ਹਾਂ, ਉਜਰਤਾਂ ਦੇ ਜਿਹੜੀ ਵਾਜੋ ਮਿਲਣ ਉਹਦੇ ਪ੍ਰਬੰਧ ਕਰ ਰਹੇ ਹਾਂ, ਉਜਰਤਾਂ ਵਧਾਉਣ ਦੇ ਪ੍ਰਬੰਧ ਕਰ ਰਹੇ ਹਾਂ, ਔਰ ਲੋਕਾਂ ਦੇ ਜੇਬਾਂ ਵਿੱਚ ਨਗਦੀ ਪਾਉਣ ਦੇ ਸਿੱਧੇ ਪ੍ਰਬੰਧ ਕਰ ਰਹੇ ਹਾਂ। ਅਤੇ ਦੂਜੇ ਪਾਸੇ ਅਸੀਂ ਜਿਹੜੀ ਜ਼ਖੀਰਾਬਾਜ਼ੀ ਸਾਡੀ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਹੋ ਰਹੀ, ਉਹਨੂੰ ਰੋਕਣ ਦੇ ਪ੍ਰਬੰਧ ਕਰ ਰਹੇ ਹਾਂ। ਸਾਡੀਆਂ ਖਾਣ ਪੀਣ ਵਾਲੀਆਂ ਦੁੱਧ, ਘਿਓ, ਹੋਰ ਇਹੋ ਜਿਹੀਆਂ ਸੈਂਕੜੇ ਚੀਜ਼ਾਂ ਨੇ ਜਿਨ੍ਹਾਂ ਵਿੱਚ ਮਿਲਾਵਟ ਹੋ ਰਹੀ ਹੈ। ਇੱਥੋਂ ਤੱਕ ਕਿਹਾ ਜਾਂਦਾ ਕਿ ਮਾਂ ਦਾ ਦੁੱਧ ਵੀ ਪਵਿੱਤਰ ਨਹੀਂ ਰਿਹਾ। ਸਬਜ਼ੀਆਂ ਜਿਹੜੀਆਂ ਹਰ ਸਰੀਰ ਲਈ ਜ਼ਰੂਰੀ ਨੇ, ਉਹਨਾਂ ਵਿੱਚ ਵੀ ਜ਼ਹਿਰ ਦੀ ਮਾਤਰਾ ਖਤਰਨਾਕ ਪਹੁੰਚ ਗਈ ਹੈ। ਉਹਨੂੰ ਰੋਕਣ ਦੇ ਵਾਜੋ ਪ੍ਰਬੰਧ ਕਰ ਰਹੇ ਹਾਂ। ਹਸਪਤਾਲਾਂ ਵਿੱਚ ਅਸੀਂ ਵਾਜੋ ਬੈੱਡਸ ਦਾ ਪ੍ਰਬੰਧ ਕਰ ਲਿਆ। ਉੱਥੇ ਜਿਹੜਾ ਹੈਗਾ ਆਪਣਾ ਵੈਂਟੀਲੇਟਰ ਪ੍ਰੋਪਰ ਤੌਰ 'ਤੇ ਅਸੀਂ ਮੁਹੱਈਆ ਕਰਵਾਤੇ। ਪ੍ਰੋਪਰ ਤੌਰ 'ਤੇ ਅਸੀਂ ਹੱਥ ਸਾਫ਼ ਕਰਨ ਦਾ ਜਿਹੜਾ ਉਹ ਕੀਟਾਣੂ ਮੁਕਤ ਕਰਨ ਦਾ ਪ੍ਰਬੰਧ ਕਰਤਾ। ਅਸੀਂ ਉੱਥੇ ਲੋੜੀਂਦੇ ਮਾਸਕ ਦੇ ਦਿੱਤੇ, ਪੀਪੀ ਕਿੱਟਾਂ ਦੇ ਦਿੱਤੀਆਂ। ਪੀਪੀ ਕਿੱਟਾਂ ਤਾਂ ਜਿਹੜੀਆਂ ਹੁਣ ਅੰਮ੍ਰਿਤਸਰ 'ਚ ਖਰੀਦੀਆਂ ਗਈਆਂ ਨੇ ਮੈਡੀਕਲ ਕਾਲਜ 'ਚ, ਉਹਦੇ ਬਾਰੇ ਵੀ ਕਿਹਾ ਗਿਆ ਕਿ ਬੜਾ ਵੱਡਾ ਘਪਲਾ ਹੋਇਆ। ਪੜਤਾਲ ਕਰਨ ਦੇ ਐਲਾਨ ਕੀਤੇ, ਪੜਤਾਲ ਅਜੇ ਸਿਰੇ ਨਹੀਂ ਲੱਗੀ। ਅਸੀਂ ਇਹ ਪ੍ਰਬੰਧ ਕਰ ਲਏ ਨੇ। ਸਫਾਈ ਸੇਵਕ ਅਸੀਂ ਪ੍ਰੋਪਰ ਭਰਤੀ ਕਰ ਲਏ ਨੇ, ਡਾਕਟਰ ਅਸੀਂ ਪ੍ਰੋਪਰ ਭਰਤੀ ਕਰ ਲਏ ਨੇ, ਪੈਰਾ ਮੈਡੀਕਲ ਸਟਾਫ ਪ੍ਰੋਪਰ ਭਰਤੀ ਕਰ ਲਿਆ, ਸਟਾਫ ਨਰਸ ਵੀ ਪ੍ਰੋਪਰ ਭਰਤੀ ਕਰ ਲਏ ਨੇ। ਜਾਂ ਫਿਰ ਜਿਹੜੇ ਨਗੂਣੀਆਂ ਤਨਖਾਹਾਂ 'ਤੇ ਲੱਗੇ ਹੋਏ ਨੇ ਉਹ ਕੁਰਲਾ ਰਹੇ ਨੇ ਕਿ ਅਸੀਂ ਫਰੰਟ ਫੁੱਟ 'ਤੇ ਲੜ ਰਹੇ ਹਾਂ, ਸਾਨੂੰ ਘੱਟੋ ਘੱਟ ਰੈਗੂਲਰ ਤਾਂ ਕਰ ਦਿਓ, ਪੱਕੇ ਤਾਂ ਕਰ ਦਿਓ। ਕੀ ਅਸੀਂ ਉਹ ਪ੍ਰਬੰਧ ਕਰ ਲਏ ਨੇ? ਕਿ ਅਸੀਂ ਜਿਹੜਾ ਸਾਡਾ ਜਦੋਂ ਵਿਕਸਿਤ ਮੁਲਕਾਂ ਦੇ ਵਿੱਚ 10 ਤੋਂ 12-15% ਤੱਕ ਵੀ GDP ਦਾ ਹੈਲਥ ਸੈਕਟਰ 'ਤੇ ਖਰਚ ਕੀਤਾ ਜਾਂਦਾ, ਅਤੇ ਸਾਡੇ ਮੁਲਕ ਦੇ ਵਿੱਚ 1.5 ਤੋਂ 2% ਹੈ। ਕੀ ਅਸੀਂ ਉਹ GDP ਦੇ ਵਿੱਚ ਜਿਹੜਾ ਵਾਧਾ ਕਰ ਦਿੱਤਾ? ਕਿ ਅਸੀਂ ਮੰਨ ਲਿਆ ਕਿ ਅਸੀਂ ਘੱਟੋ ਘੱਟ 8% ਜਿਹੜਾ ਹੈਗਾ GDP ਦਾ ਖਰਚ ਕਰਾਂਗੇ? ਕੀ ਅਸੀਂ ਮੰਨ ਲਿਆ ਕਿ ਜਿਸ ਪਬਲਿਕ ਸੈਕਟਰ ਦੀ ਕੀਮਤ ਦੇ ਉੱਤੇ ਅਸੀਂ ਪ੍ਰਾਈਵੇਟ ਸੈਕਟਰ ਉਸਾਰਿਆ, ਔਰ ਪ੍ਰਾਈਵੇਟ ਸੈਕਟਰ ਨੇ ਇਸ ਸੰਕਟ ਦੀ ਘੜੀ ਕਰੋਨਾ ਤੋਂ ਜਿਹੜੇ ਪ੍ਰਭਾਵਿਤ ਮਰੀਜ਼ ਨੇ ਜਾਂ ਸ਼ੱਕੀ ਮਰੀਜ਼ ਨੇ, ਉਹਨਾਂ ਦੇ ਇਲਾਜ ਲਈ ਆਪਣਾ ਜਿਹੜਾ ਮੈਡੀਕਲ ਐਥਿਕਸ ਭੁੱਲ ਕੇ, ਆਪਣੀ ਚੁੱਕੀ ਸਹੁੰ ਭੁੱਲ ਕੇ ਦਰਵਾਜ਼ੇ ਭੇੜ ਲਏ? ਕਿ ਅਸੀਂ ਉਹਨਾਂ ਦੀ ਨਿਰਭਰਤਾ ਛੱਡਤੀ? ਹਾਲਾਂਕਿ ਪੰਜਾਬ ਸਰਕਾਰ ਨੇ ਵੀ ਅਤੇ ਕੇਂਦਰ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਕੋਈ ਵੀ ਡਾਕਟਰ, ਚਾਹੇ ਉਹ ਸਰਕਾਰੀ ਹੈ ਚਾਹੇ ਉਹ ਪ੍ਰਾਈਵੇਟ ਹੈ, ਚਾਹੇ ਉਹ ਕਿਤੇ ਵੀ ਕੰਮ ਕਰਦਾ, ਚਾਹੇ ਹਸਪਤਾਲ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਕਿਸੇ ਵੀ ਮਰੀਜ਼ ਦਾ ਇਲਾਜ ਕਰਨ ਤੋਂ ਨਾ ਨਹੀਂ ਕਰ ਸਕਦਾ। ਜਿਹੜਾ ਕਰੇਗਾ ਉਹਦਾ ਪ੍ਰੈਕਟਿਸ ਦਾ ਲਾਇਸੈਂਸ ਰੱਦ ਕੀਤਾ ਜਾਏਗਾ। ਤਾਂ ਫਿਰ ਜਿਨ੍ਹਾਂ ਨੇ ਨਾ ਕੀਤੀ ਪੰਜਾਬ ਦੇ ਵਿੱਚ, ਉਹਦੇ ਕਿੰਨੇ ਲਾਇਸੈਂਸ ਰੱਦ ਕੀਤੇ? ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੱਸਣ ਦੀ ਖੇਚਲ ਕਰਨਗੇ? ਨਹੀਂ ਕਰਨਗੇ, ਕਿਉਂਕਿ ਕੀਤੇ ਨਹੀਂ ਗਏ ਕਿਤੇ। ਬਹੁਤ ਸਾਰੇ ਇਹੋ ਜਿਹੇ ਸੁਲਗ ਦੇ ਸਵਾਲ ਨੇ। ਸਵਾਲ ਇਹ ਵੀ ਫਿਰ ਬਣਦਾ ਹੈਗਾ ਨਾਲ ਦੀ ਨਾਲ ਕਿ ਅਸੀਂ ਕਹਿੰਦੇ ਹਾਂ, ਸਭ ਕਹਿੰਦੇ ਆ ਕਿ ਆਤਮ ਨਿਰਭਰ ਭਾਰਤ ਬਣਾਉਣਾ, ਅਤੇ ਫਿਰ ਆਤਮ ਨਿਰਭਰ ਭਾਰਤ ਕਿਵੇਂ ਬਣੇਗਾ? ਆਤਮ ਨਿਰਭਰ ਭਾਰਤ ਤਾਂ ਹੀ ਬਣੇਗਾ ਨਾ ਜੇ ਇਹਦਾ ਬੁਨਿਆਦੀ ਢਾਂਚਾ, ਚਾਹੇ ਉਹ ਸਿਹਤ ਨਾਲ ਸੰਬੰਧਿਤ ਹੈ, ਚਾਹੇ ਉਹ ਸਿੱਖਿਆ ਨਾਲ ਸੰਬੰਧਿਤ ਹੈ, ਇਹਨੂੰ ਮਜ਼ਬੂਤ ਕੀਤਾ ਜਾਵੇ। ਚਾਹੇ ਸਾਡੇ ਜਿਹੜਾ ਹੈਗਾ ਊਰਜਾ ਨਾਲ ਸੰਬੰਧਿਤ ਹੈ, ਰਵਾਇਤੀ ਜਾਂ ਗੈਰ ਰਵਾਇਤੀ ਊਰਜਾ ਨਾਲ ਸੰਬੰਧਿਤ ਹੈ, ਉਹਨੂੰ ਮਜ਼ਬੂਤ ਕੀਤਾ ਜਾਵੇ। ਅਤੇ ਹੋ ਕੀ ਰਿਹਾ? ਬੜੇ ਵੱਡੇ ਪੱਧਰ 'ਤੇ ਆਜ਼ਾਦ ਭਾਰਤ ਦੇ ਵਿੱਚ ਸਵੈ ਨਿਰਭਰਤਾ ਨੂੰ ਲੈ ਕੇ ਪਬਲਿਕ ਸੈਕਟਰ ਦੀ ਉਸਾਰੀ ਕੀਤੀ ਸੀ। ਮਨਮੋਹਨ ਸਿੰਘ ਅਤੇ ਨਰਸਿਮਹਾ ਰਾਓ ਦੀ ਜੋੜੀ ਤੋਂ ਵੇਲੇ ਜੋ ਪਬਲਿਕ ਸੈਕਟਰ ਦੀ ਕਦਰ ਘਟਾਈ ਸ਼ੁਰੂ ਹੋਈ ਹੈ,
23 ਬਹੁਤ ਵੱਡੇ ਅਦਾਰੇ ਜਿਹੜੇ ਸੀ ਉਹ ਡਾਕਟਰ ਮਨਮੋਹਨ ਸਿੰਘ ਉਹ ਇਸ ਦੌਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇ ਦੌਰ 'ਚ ਵੇਚੇ ਗਏ। ਉਸ ਤੋਂ ਪਹਿਲਾਂ ਵਾਜਪਾਈ ਹੋਰਾਂ ਦੀ ਸਰਕਾਰ ਵੇਲੇ ਇਨਵੈਸਟਮੈਂਟ ਕਰਨ ਦਾ ਇੱਕ ਵਿਨਿਵੇਸ਼ ਦਾ ਇੱਕ ਮਹਿਕਮਾ ਹੀ ਬਣਾਤਾ, ਜਿਹਦਾ ਕੰਮ ਸੀ ਮਹਿਕਮੇ ਦੀ ਸ਼ਨਾਖਤ ਕਰਨੀ ਅਤੇ ਉਹਨਾਂ ਨੂੰ ਸੇਲ ਕਰਨਾ। ਇੱਕ ਮੰਤਰੀ ਨਿਯੁਕਤ ਕਰ ਦਿੱਤਾ ਗਿਆ। 2003 ਦਾ ਬਿਜਲੀ ਦਾ ਬਿੱਲ ਲਾਗੂ ਹੋਇਆ, ਜਿਹਨੇ ਕਿਹਾ ਕਿ ਕਰਜ਼ੇ ਥੱਲੇ ਜਿਹੜੇ ਸਟੇਟ ਇਲੈਕਟ੍ਰਿਸਿਟੀ ਜਿਹੜੇ ਬੋਰਡ ਨੇ ਉਹਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਅਨਬੰਡਲ ਕਰ ਦਿੱਤਾ, ਤਾਂ ਜੋ ਉਹਨਾਂ ਦੇ ਵਿੱਚ ਕਰਜ਼ਾ ਮੁਕਤ ਹੋ ਕੇ ਸੁਤੰਤਰ ਰੂਪ ਦੇ ਵਿੱਚ ਵਧੀਆ ਢੰਗ ਨਾਲ ਕੰਮ ਕਰ ਸਕਣ, ਵਧੀਆ ਸਸਤੀ ਜਿਹੜੀ ਅਤੇ ਕੁਆਲਿਟੀ ਜਿਹੜੀ ਬਿਜਲੀ ਦੀ ਸਪਲਾਈ ਕਰ ਦੇਣ। ਕੀ ਉਹ ਕਰਜ਼ਾ ਮੁਕਤ ਹੋ ਗਏ? ਅੱਜ ਸਭ ਤੋਂ ਵੱਧ ਉਹ ਕਰਜ਼ਾਈ ਜਿਹੜੇ ਕਾਰਪੋਰੇਸ਼ਨਾਂ ਬਣਾਏ, ਬੋਰਡ ਤੋਂ ਕਾਰਪੋਰੇਸ਼ਨਾਂ ਬਣਾਏ ਬਿਜਲੀ ਦੇ ਅਦਾਰੇ ਨੇ। ਹੁਣ 2020 ਦਾ ਇੱਕ ਹੋਰ ਐਕਟ ਲਿਆਂਦਾ ਜਾ ਰਿਹਾ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਅਦਾਰਿਆਂ ਨੂੰ ਹੁਣ ਪ੍ਰਾਈਵੇਟ ਵੱਲ ਵੀ ਖੋਲ੍ਹ ਦਿੱਤਾ ਜਾਏਗਾ। ਹਾਲਾਂਕਿ ਊਰਜਾ ਦਾ ਖੇਤਰ ਸਾਡੀ ਸੰਵਿਧਾਨਕ ਕੰਮ ਵੰਡ ਮੁਤਾਬਕ ਇਹ ਸਾਂਝੀ ਸੂਚੀ 'ਚ ਹੈ। ਕੇਂਦਰ 'ਤੇ ਆਪਣਾ ਕਾਨੂੰਨ ਲਿਆ ਕੇ ਸੰਘੀ ਢਾਂਚੇ ਨੂੰ ਚੋਟ ਪਹੁੰਚਾ ਰਿਹਾ। ਅਤੇ ਮੈਂ ਗੱਲ ਕਰ ਰਿਹਾ ਸਾਂ ਆਤਮ ਨਿਰਭਰਤਾ ਦੀ। ਆਤਮ ਨਿਰਭਰਤਾ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ 23 ਵਿਚਰ ਤੋਂ ਬਾਅਦ ਸਰਕਾਰ ਆਈ ਨਰਿੰਦਰ ਮੋਦੀ ਹੋਰਾਂ ਦੀ NDA 2 ਦੀ। 31 ਅਦਾਰੇ ਵੇਚ ਕੇ, ਹਾਲਾਂਕਿ 23 ਅਦਾਰੇ ਵੇਚ ਕੇ ਇੱਕ 150 ਲੱਖ ਕਰੋੜ ਜਿਹੜਾ ਹੈਗਾ ਪੈਸਾ ਕਮਾਇਆ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ, ਅਤੇ ਇਹਨਾਂ ਨੇ 268 ਲੱਖ ਕਰੋੜ ਰੁਪਈਆ ਜਿਹੜਾ ਹੈਗਾ 31 ਅਦਾਰੇ ਵੇਚ ਕੇ ਬਣਾਇਆ। 8 ਹੋਰ ਵੇਚੇ ਜਾ ਰਹੇ ਨੇ। 20 ਲੱਖ ਕਰੋੜ ਦਾ ਪੈਕੇਜ ਦਿੱਤਾ, 268 ਲੱਖ ਕਰੋੜ ਵਟਿਆ, 20 ਲੱਖ ਦਾ ਪੈਕੇਜ ਦਿੱਤਾ। ਸਵਾਲ ਬੜੇ ਖੜੇ ਹੁੰਦੇ ਨੇ, ਅਤੇ ਇਹਨਾਂ ਸਵਾਲਾਂ ਦੇ ਜਵਾਬ ਅੱਜ ਮਿਲਣੇ ਬੜੇ ਔਖੇ ਲੱਗਦੇ ਨੇ, ਕਿਉਂਕਿ ਹਾਕਮਾਂ ਨੂੰ ਸਵਾਲ ਸੁਣਨ ਦੀ ਆਦਤ ਨਹੀਂ, ਅਤੇ ਸਾਨੂੰ ਵੀ ਸਵਾਲ ਕਰਨ ਦੀ ਆਦਤ ਨਹੀਂ। ਅੱਜ ਰਾਜਨੀਤਿਕ ਪਾਰਟੀਆਂ ਜਿਹੜੀਆਂ ਡੈਮੋਕ੍ਰੇਸੀ ਦਾ ਇੱਕ ਸੁਹੱਪਣ ਹੁੰਦੀਆਂ ਨੇ, ਹਾਕਮ ਸਹੀ ਲੀਹ 'ਤੇ ਚੱਲਣ ਲਈ ਉਹ ਭਟਕ ਨਾ ਜਾਣ, ਉਹਨਾਂ ਨੂੰ ਵਿਰੋਧੀ ਧਿਰ ਜਿਹੜੇ ਹੈਗੇ ਆ ਆਪਣੀ ਆਲੋਚਨਾ ਜਾਂ ਆਪਣੇ ਹੋਰ ਤਰੀਕਿਆਂ ਨਾਲ ਰਾਹ 'ਤੇ ਰੱਖਦੀਆਂ ਨੇ। ਅੱਜ ਵਿਰੋਧੀ ਧਿਰਾਂ ਜਿਹੜੀ ਸਾਡੀ ਮੁਲਕ ਦੀ ਪੋਲੀਟਿਕਸ ਹੈ ਉਹ ਪੈਰਾਲਾਈਜ਼ ਹੋ ਕੇ ਰਹੇਗੀ ਹੈ। ਵਿਸ਼ਵ ਭਰ ਦੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ ਪਾਰਲੀਮੈਂਟ ਜਾਂ ਇਹੋ ਜਿਹੇ ਹੋਰ ਅਦਾਰੇ ਇਸ ਔਖੀ ਘੜੀ ਇਜਲਾਸ ਕਰਕੇ ਮੁਲਕ ਨੂੰ ਇਕਮੁੱਠ ਸੰਦੇਸ਼ ਦੇਣ ਲਈ ਸਾਂਝੀਆਂ ਬੈਠਕਾਂ ਕਰ ਰਹੇ ਨੇ, ਅਤੇ ਸਾਡੇ ਮੁਲਕ ਦੀ ਸੰਸਦ ਮੌਨ ਹੈ, ਸਾਡੇ ਮੁਲਕ ਦੀ ਵਿਰੋਧੀ ਸਿਆਸਤ ਮੌਨ ਹੈ, ਅਤੇ ਖੁਦ ਅਸੀਂ ਵੀ ਮੌਨ ਹੋਣ ਦੇ ਆਦੀ ਬਣਦੇ ਜਾ ਰਹੇ ਹਾਂ। ਸਵਾਲ ਬੜੇ ਔਖੇ ਨੇ, ਸਵਾਲ ਬੜੇ ਵਾਜਬ ਨੇ, ਪਰ ਜਵਾਬ ਅੱਜ ਵੀ ਖਲਾ ਦੇ ਵਿੱਚ ਲਟਕ ਰਹੇ ਨੇ। ਕੱਲ੍ਹ ਵੀ ਲਟਕਦੇ ਸੀ, ਅੱਜ ਵੀ ਲਟਕ ਰਹੇ ਨੇ, ਅਤੇ ਕੱਲ੍ਹ ਸ਼ਾਇਦ ਨਾ ਲਟਕਣ। ਇਸ ਲਈ ਸਵਾਲ ਕਰਦੇ ਰਹਿਣਾ ਚਾਹੀਦਾ, ਅਤੇ ਹਾਕਮਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਧੰਨਵਾਦ, ਮਿਹਰਬਾਨੀ, ਇਜਾਜ਼ਤ ਦੇਵੋ। ਫਿਰ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੁਹਾਡੇ ਸਨਮੁਖ ਹੋਵਾਂਗਾ। ਤੁਹਾਨੂੰ ਮੇਰੇ ਇਹ ਟਾਕ ਚੰਗੀ ਲੱਗੀ, ਲਾਇਕ ਕਰਿਓ, ਸ਼ੇਅਰ ਕਰਿਓ। ਅੱਗੇ ਤੋਂ ਤੁਹਾਨੂੰ ਮੇਰੀ ਕੁਛ ਗੱਲਾਂ ਸੁਣਨੀਆਂ ਵੇਖਣੀਆਂ ਚੰਗੀਆਂ ਲੱਗਣ ਤਾਂ ਫਿਰ ਸਬਸਕ੍ਰਾਈਬ ਦਾ ਬਟਨ ਵੀ ਦੱਬ ਦਿਆ ਜੀ। ਮੇਰਾ WhatsApp ਨੰਬਰ 9501300848 ਹੈ, ਉਹਦੇ 'ਤੇ ਆਪਣੀ ਟਿੱਪਣੀ ਵੀ ਭੇਜ ਸਕਦੇ ਹੋ, ਅਤੇ YouTube ਚੈਨਲ ਦੇ ਵਿੱਚ ਕਮੈਂਟ ਬਾਕਸ 'ਤੇ ਕਮੈਂਟ ਵੀ ਕਰ ਸਕਦੇ ਹੋ। ਇਜਾਜ਼ਤ ਦੇਵੋ, ਫਿਰ ਮਿਲਾਂਗੇ ਕਿਸੇ ਹੋਰ ਨਵੇਂ ਮੁੱਦੇ ਨਾਲ। ਆਪਣਾ ਖਿਆਲ ਰੱਖਿਓ, ਪਰਿਵਾਰਾਂ ਦਾ ਖਿਆਲ ਰੱਖਿਓ, ਅਤੇ ਸਮਾਜਿਕ ਸਾਂਝ ਬਣਾ ਕੇ ਰੱਖਿਓ। ਲੋਕਡਾਊਨ ਦੇ ਵਿੱਚ ਜੋ ਜੀਆਂ ਪਾਬੰਦੀਆਂ ਨੇ, ਖਾਸ ਕਰਕੇ ਇਕਾਂਤਵਾਸ ਅਤੇ ਫਿਰ ਫਿਜ਼ੀਕਲ ਡਿਸਟੈਂਸ ਅਤੇ ਮਾਸਕ ਦੀ ਆਦਤ ਬਣਾ ਕੇ ਰੱਖਿਓ। ਸਾਡੀ ਬਦਲੀ ਜੀਵਨ ਸ਼ੈਲੀ ਦੇ ਵਿੱਚ ਇਹ ਆਦਤਾਂ ਸਾਡਾ ਅੰਗ ਬਣਨ ਜਾ ਰਹੀਆਂ ਨੇ, ਅਤੇ ਸਾਨੂੰ ਵੀ ਬਣਾ ਲੈਣੀਆਂ ਚਾਹੀਦੀਆਂ ਨੇ। ਸੋ ਜ਼ਿੰਦਗੀ ਜਿੰਦਾਬਾਦ, ਜ਼ਿੰਦਗੀ ਸਲਾਮ। ਧੰਨਵਾਦ।